बलवंत मुल्तानी बनाम या कह लो विरुद्ध सुमेध सैनी मामले ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਜੇ ਕਹੀਏ ਕਿ ਸੁਮੇਧ ਸੈਣੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਤਾਂ ਗਲਤ ਨਹੀਂ ਹੋਵੇਗਾ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਜ਼ਿਆਦਾ ਗੱਲਬਾਤ ਲਈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪੀੜਿਤ ਪੱਖ ਯਾਨੀ ਕਿ ਮੁਲਤਾਨੀ ਪਰਿਵਾਰ ਵੱਲੋਂ ਐਡਵੋਕੇਟ ਪ੍ਰਦੀਪ ਬਿਰਦ ਦਾ ਸਵਾਗਤ ਕਰਾਂਗੇ। ਤੁਹਾਡਾ ਖਬਰਸਾਰ ਚੈਨਲ। शुक्रिया जी, सत श्री अकाल ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀ। ਸਭ ਤੋਂ ਪਹਿਲਾਂ ਤਾਂ ਦੱਸੋ ਕਿ ਅੱਜ ਇੱਕ ਬਹੁਤ ਵੱਡੀ ਰਾਹਤ ਕਹਾਂਗਾ ਮੁਲਤਾਨੀ ਪਰਿਵਾਰ ਨੂੰ ਵੱਡੀ ਖੁਸ਼ੀ ਮਿਲੀ ਹੈ ਕਿਉਂਕਿ ਇੱਕ ਐਂਟੀਸਪੇਟਰੀ ਬੇਲ ਜੋ ਹੈ ਸੁਮੇਧ ਸੈਣੀ ਦੀ ਰਿਜੈਕਟ ਹੋਈ। ਅੱਜ ਕੀ ਕੁਝ ਕੋਰਟ ਦੇ ਵਿੱਚ ਹੋਇਆ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਨੇ। देखो थोड़ी जी मैं बैकग्राउंड पहला ਇਹਦੀ ਕਲੈਰੀਫਾਈ ਕਰਦਾ ਕੇਸ ਦੀ। ਇਸ ਕੇਸ ਦੇ ਵਿੱਚ ਜਦੋਂ ਐਫਆਈਆਰ ਦਰਜ ਹੋਈ ਹੈ ਤੇ ਸੁਮੇਧ ਸਿੰਘ ਸੈਣੀ ਨੇ ਜਿਹੜੇ ਐਫਆਈਆਰ ਦੇ ਵਿੱਚ ਸੈਕਸ਼ਨਸ ਲੱਗੇ ਹੈ ਉਹਨਾਂ ਦੇ ਵਿੱਚ ਐਂਟੀਸਪੇਟਰੀ ਬੇਲ ਅਪਲਾਈ ਕੀਤੀ ਸੀ ਔਰ ਐਂਟੀਸਪੇਟਰੀ ਬੇਲ ਉਹਨੂੰ ਗ੍ਰਾਂਟ ਵੀ ਹੋ ਗਈ ਸੀ। ਉਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਨੇ ਇੱਕ ਹੋਰ ਐਪਲੀਕੇਸ਼ਨ ਫਾਈਲ ਕੀਤੀ। ਸੌਰੀ ਪਹਿਲਾਂ ਇੱਕ ਹੋਰ ਚੀਜ਼ ਮੈਂ ਕਲੈਰੀਫਾਈ ਕਰਦਾ ਕਿ ਉਹਦੇ ਵਿੱਚ ਸੈਕਸ਼ਨ 364 ਦੇ ਵਿੱਚ ਵੀ ਸੁਮੇਧ ਸੈਣੀ ਨੂੰ ਬੇਲ ਗ੍ਰਾਂਟ ਹੋਈ ਹੈ ਜਿਹਦੀ ਪਨਿਸ਼ਮੈਂਟ ਲਾਈਫ ਇੰਪ੍ਰਿਜ਼ਨਮੈਂਟ ਤੱਕ ਜਾਂਦੀ ਹੈ, ਉਮਰ ਕੈਦ ਤੱਕ ਜਾਂਦੀ ਹੈ। ਉਹ ਹੈਗਾ ਸੈਕਸ਼ਨ 364 ਜਿਹਦੇ ਚ ਐਬਡਕਸ਼ਨ ਵਿਦ ਦੀ ਇੰਟੈਂਸ਼ਨ ਆਫ ਕਮਿਟਿੰਗ ਮਰਡਰ ਆਉਂਦਾ ਜੀ, ਜਿਹੜਾ ਸੁਮੇਧ ਸੈਣੀ ਤੇ ਲਾਇਆ ਗਿਆ ਹੈ। ਹੁਣ ਸੁਮੇਧ ਸੈਣੀ ਨੇ ਇਹਦੇ ਵਿੱਚ ਇਸ ਤੋਂ ਬਾਅਦ ਇੱਕ ਐਪਲੀਕੇਸ਼ਨ ਲਾਈ ਕਿ ਸੈਕਸ਼ਨ 302 ਮਤਲਬ ਮਰਡਰ ਦੇ ਵਿੱਚ ਸੁਮੇਧ ਸਿੰਘ ਸੈਣੀ ਤੇ ਇਸ ਕੇਸ ਦੇ ਵਿੱਚ 302 ਸੈਕਸ਼ਨ ਐਡ ਹੋਣ ਜਾ ਰਿਹਾ ਸੁਮੇਧ ਸੈਣੀ ਦੇ ਖਿਲਾਫ। ਇਸ ਕਰਕੇ ਉਹਨੂੰ ਐਂਟੀਸਪੇਟਰੀ ਬੇਲ ਗ੍ਰਾਂਟ ਕੀਤੀ ਜਾਵੇ ਕਿਉਂਕਿ ਜਾਂ ਤਾਂ 302 ਐਡ ਹੋ ਗਿਆ ਜਾਂ ਹੋਣ ਜਾ ਰਿਹਾ ਹੈ। ਹੁਣ ਪਹਿਲਾ ਪੁਆਇੰਟ ਜਿਹੜਾ ਇਹਦੇ ਚ ਉੱਠਦਾ ਹੈ ਕਿ ਤਫਤੀਸ਼ ਦੀ ਡਿਟੇਲ ਕਿਸੇ ਕੋਲ ਨਹੀਂ ਹੁੰਦੀ ਤੇ ਸੁਮੇਧ ਸਿੰਘ ਸੈਣੀ ਕੋਲ ਕਿੱਥੋਂ ਹੋ ਜੂਗੀ ਜਿਹੜਾ ਇਸ ਕੇਸ ਦਾ ਅਕਿਊਜ਼ਡ ਹੈ। ਇਹਦਾ ਮਤਲਬ ਕੋਈ ਤਾਂ ਅੰਦਰਲੀ ਇਨਫੋਰਮੇਸ਼ਨ ਉਹਨੂੰ ਪਾਸ ਔਨ ਕਰ ਰਿਹਾ ਜੀ। ਦੂਜੀ ਗੱਲ, ਜੇ 302 ਅਜੇ ਐਡ ਹੀ ਨਹੀਂ ਹੋਈ ਕੋਰਟ ਨੇ ਤਾਂ ਵੀ ਵਿਦਆਊਟ ਟੇਕਿੰਗ ਐਨ ਓਪੀਨੀਅਨ ਵਿਦਆਊਟ ਇਨਕੁਆਇਰਿੰਗ ਕਿ 302 ਲੱਗੀ ਹੈ ਕਿ ਨਹੀਂ ਉਹਨੂੰ ਇੰਟਰਿਮ ਗ੍ਰਾਂਟ ਕਰਤੀ ਜੀ। ਉਹਦੇ ਉੱਤੇ ਅਸੀਂ ਟ੍ਰਾਂਸਫਰ ਆਫ ਕੇਸ ਵੀ ਪਾਇਆ। ਪ੍ਰੋਸੀਕਿਊਸ਼ਨ ਤੋਂ ਅਸੀਂ ਐਪਲੀਕੇਸ਼ਨ ਪ੍ਰੋਸੀਕਿਊਸ਼ਨ ਕੋਲ ਮੂਵ ਕੀਤੀ ਔਰ ਪ੍ਰੋਸੀਕਿਊਸ਼ਨ ਨੂੰ ਐਪਲੀਕੇਸ਼ਨ ਫਾਰਵਰਡ ਕਰਨੀ ਪਈ ਕੋਰਟ ਦੇ ਵਿੱਚ ਕਿ 302 ਸੈਕਸ਼ਨ ਨਹੀਂ ਲੱਗਿਆ ਸੁਮੇਧ ਸੈਣੀ ਤੇ ਅਜੇ ਤੱਕ, ਜਿਸ ਕਰਕੇ ਫਾਈਨਲੀ ਕੇਸ ਟ੍ਰਾਂਸਫਰ ਹੋਇਆ। ਜਿਹੜੇ ਜੱਜ ਸਾਹਿਬ ਕੋਲ ਅੱਜ ਕੇਸ ਲੱਗਿਆ ਸੀ ਉੱਥੇ ਅੱਜ ਫਾਈਨਲ ਆਰਗੂਮੈਂਟਸ ਹੋਏ ਜੀ, ਜਿਹਦੇ ਵਿੱਚ ਜੱਜ ਸਾਹਿਬ ਨੇ ਇਹਦੀ ਐਪਲੀਕੇਸ਼ਨ ਇਹ ਕਹਿ ਕੇ ਡਿਸਮਿਸ ਕੀਤੀ ਹੈ ਸੁਮੇਧ ਸੈਣੀ ਦੀ ਕਿ ਇਹ ਪ੍ਰੀ ਮੈਚੁਰ ਹੈ। ਮਤਲਬ 302 ਜੇ ਲੱਗੀ ਨਹੀਂ ਤੇ ਉਹਨੂੰ ਪ੍ਰੋਟੈਕਸ਼ਨ ਕਿਸ ਚੀਜ਼ ਤੇ ਮਿਲੂਗੀ ਕਿਉਂਕਿ ਮੇਨ ਐਂਟੀਸਪੇਟਰੀ ਬੇਲ ਜਿਹੜੀ ਉਹਨੂੰ ਗ੍ਰਾਂਟ ਹੋ ਚੁੱਕੀ ਹੈ ਔਰ ਉਸ ਆਰਡਰ ਨੂੰ ਸਟੇਟ ਨੇ ਹਾਈ ਕੋਰਟ ਦੇ ਵਿੱਚ ਚੈਲੰਜ ਨਹੀਂ ਕੀਤਾ ਇਹ ਕਿਸੇ ਵੀ ਸਟੇਜ ਤੇ। ਇੰਨੀ ਦੇਰ ਹੋ ਗਈ ਆਰਡਰ ਪਾਸ ਹੋਇਆ, ਇਸ ਕਰਕੇ ਕੋਰਟ ਨੇ ਕਿਹਾ ਕਿ 3 ਦਿਨ ਦਾ ਐਡਵਾਂਸ ਨੋਟਿਸ ਸੁਮੇਧ ਸਿੰਘ ਸੈਣੀ ਨੂੰ ਦੇ ਦਿੱਤਾ ਜਾਵੇ ਤਾਂ ਕਿ ਜੇ ਉਹਨੇ ਕੋਰਟ ਦੇ ਵਿੱਚ ਜਾ ਕੇ ਐਂਟੀਸਪੇਟਰੀ ਬੇਲ ਅਪਲਾਈ ਕਰਨੀ ਹੋਵੇ ਜਾਂ ਕੋਈ ਹੋਰ ਲੀਗਲ ਰੈਮੇਡੀ ਅਵੇਲ ਕਰਨੀ ਹੋਵੇ ਉਹ ਲੀਗਲ ਰੈਮੇਡੀ ਉਹ ਅਵੇਲ ਕਰ ਸਕੇ। ਇਸ ਚੀਜ਼ ਦੇ ਉੱਤੇ ਉਹਦੀ ਐਂਟੀਸਪੇਟਰੀ ਬੇਲ ਡਿਸਮਿਸ ਕਰਦਿਆਂ ਹੋਇਆਂ 3 ਦਿਨ ਦਾ ਐਡਵਾਂਸ ਨੋਟਿਸ ਦਾ ਆਰਡਰ ਹੋਇਆ। ਹੁਣ ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਉਹਦੀ ਐਟਲੀਸਟ ਇੱਕ ਜਿਹੜਾ ਉਹ ਸੁਮੇਧ ਸੈਣੀ ਆਪਣੇ ਆਪ ਨੂੰ ਬਚਾਉਣ ਦੇ ਲਈ ਮੈਨੂਪੂਲੇਸ਼ਨ ਕਰ ਰਿਹਾ ਸੀ ਕਿ ਪੁਲਿਸ ਦੀ ਸਾਰੀ ਤਫਤੀਸ਼ ਦੀਆਂ ਡਿਟੇਲਸ ਲਈ ਜਾਓ, ਕੋਰਟ ਨੂੰ ਮਿਸਲੀਡ ਕਰੋ ਔਰ ਸ਼ੋ ਕਰੋ ਕਿ ਉਹ ਬਹੁਤ ਵੱਡਾ ਉਹਦੇ ਨਾਲ ਕੋਈ ਧੱਕਾ ਹੋ ਰਿਹਾ, ਵਿਕਟਿਮ ਹੈ। ਉਹ ਸਾਰੀ ਅੱਜ ਗੱਲ ਕੋਰਟ ਦੇ ਸਾਹਮਣੇ ਆ ਗਈ ਔਰ ਕੋਰਟ ਨੇ ਐਟਲੀਸਟ ਉਹਦੀ ਐਂਟੀਸਪੇਟਰੀ ਬੇਲ। ਸਰ ਤੁਸੀਂ ਕਿਹਾ ਵੀ 3 ਦਿਨ ਦਾ ਨੋਟਿਸ ਦੀ ਗੱਲ ਹੋਈ ਹੈ, ਉਹ 3 ਦਿਨ ਦਾ ਨੋਟਿਸ ਕੀ ਹੈ? ਥੋੜਾ ਜਿਹਾ ਨੋਟਿਸ ਕੀ ਹੁੰਦਾ ਹੈ ਕਿ ਜਦੋਂ ਪੁਲਿਸ ਕੋਈ ਕਿਸੇ ਨੂੰ ਐਂਟੀਸਪੇਟਰੀ ਬੇਲ ਮਿਲੀ ਹੈ ਤੇ ਉਹ ਪੁਲਿਸ ਉਹਨੂੰ ਅਰੈਸਟ ਆਬਵੀਅਸਲੀ ਬਿਲਕੁਲ ਵੀ ਨਹੀਂ ਕਰ ਸਕਦੀ। ਦੂਜੇ ਪਾਸੇ ਹੁਣ ਉਹਦੇ ਚ ਮੰਨ ਲਓ ਕੋਈ ਨਵੇਂ ਸੈਕਸ਼ਨ ਐਡ ਹੋ ਜਾਂਦੇ ਉਹਨਾਂ ਸੈਕਸ਼ਨਸ ਦੇ ਵਿੱਚ ਮੈਂ ਐਕਸਪਲੇਨ ਕਰ ਜਾਵੇ ਐਂਟੀਸਪੇਟਰੀ ਬੇਲ ਸੁਮੇਧ ਸੈਣੀ ਦੀ ਹੁਣ ਰਿਜੈਕਟ ਹੋਈ ਹੈ। ਇਹਦਾ ਮਤਲਬ ਸਮਝਿਆ ਜਾਵੇ ਤੁਸੀਂ ਕਿਹਾ ਜੀ ਐਂਟੀਸਪੇਟਰੀ ਬੇਲ ਮਿਲੀ ਹੋਵੇ ਗ੍ਰਿਫਤਾਰੀ ਨਹੀਂ ਹੁੰਦੀ, ਹੁਣ ਰਿਜੈਕਟ ਹੋਈ ਹੈ ਤਾਂ ਗ੍ਰਿਫਤਾਰੀ ਹੋ ਸਕਦੀ ਹੈ। ਗ੍ਰਿਫਤਾਰੀ ਨਵੇਂ ਸੈਕਸ਼ਨਸ ਦੇ ਵਿੱਚ 3 ਦਿਨ ਦਾ ਨੋਟਿਸ ਦੇਣ ਤੋਂ ਬਾਅਦ ਹੋ ਸਕਦੀ ਹੈ ਜੀ। ਮਤਲਬ ਮੰਨ ਲਓ ਅੱਜ ਕੋਈ ਨਵਾਂ ਸੈਕਸ਼ਨ ਐਡ ਹੋ ਜਾਂਦਾ ਜਿਹੜਾ ਨਾਨ ਅਵੇਲੇਬਲ ਹੈ ਤੇ 3 ਦਿਨਾਂ ਤੋਂ ਬਾਅਦ ਸੁਮੇਧ ਸਿੰਘ ਸੈਣੀ ਦੀ ਉਹਨਾਂ ਸੈਕਸ਼ਨਸ ਦੇ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ। ਔਰ ਜੇ ਉਹ ਗ੍ਰਿਫਤਾਰੀ ਤੋਂ ਸੁਮੇਧ ਸੈਣੀ ਬਚਣਾ ਚਾਹੁੰਦਾ ਹੈ ਉਹਨੂੰ ਕੋਰਟ ਦੇ ਵਿੱਚ ਜਾਣਾ ਪਊਗਾ ਜਿੱਥੇ ਉਹਨੂੰ ਫਿਰ ਐਂਟੀਸਪੇਟਰੀ ਬੇਲ ਉਹਨਾਂ ਸੈਕਸ਼ਨਸ ਦੇ ਵਿੱਚ ਦੁਬਾਰਾ ਮੰਗਣੀ ਪੈਣੀ ਹੈ ਜਿੱਥੇ ਐਵੀਡੈਂਸ ਕੋਰਟ ਦੇ ਸਾਹਮਣੇ ਰੱਖੀ ਜਾਊਗੀ ਕਿ ਪੁਲਿਸ ਆ ਸੈਕਸ਼ਨ ਐਡ ਕਰ ਰਹੀ ਹੈ ਕਿ ਨਹੀਂ ਔਰ ਜੇ ਕਰ ਰਹੀ ਹੈ ਤੇ ਕਿਉਂ ਕਰ ਰਹੀ ਹੈ। ਤਾਂ ਉਹਦੇ ਉੱਤੇ ਉਹਦੀ ਐਂਟੀਸਪੇਟਰੀ ਬੇਲ ਡਿਪੈਂਡ ਕਰੂਗੀ। ਮਤਲਬ 3 ਦਿਨ ਦਾ ਮੌਕਾ ਮਿਲੇਗਾ ਜਦੋਂ ਨਵੇਂ ਸੈਕਸ਼ਨਸ ਐਡ ਹੋਣਗੇ ਜਾਂ ਗ੍ਰਿਫਤਾਰੀ ਵਾਰੰਟ ਨਿਕਲਣਗੇ ਜਾਂ ਗ੍ਰਿਫਤਾਰ ਪੁਲਿਸ ਕਰਨਾ ਚਾਹੇ ਤਾਂ ਉਹਨੂੰ ਟਾਈਮ ਮਿਲੂਗਾ ਜਦੋਂ ਪੁਲਿਸ ਜਿਹੜਾ ਅਖਤਿਆਰ ਕਰ ਸਕੇ। ਹਾਂਜੀ ਹਾਂਜੀ, ਮਤਲਬ ਪਰ ਇਹ ਹੈ ਨਾ ਕਿੱਥੇ ਤਾਂ ਬਿਲਕੁਲ ਹੀ ਅਰੈਸਟ ਨਹੀਂ ਹੋ ਸਕਦਾ, ਅਗਰਿਮ ਜ਼ਮਾਨਤ ਹੋਗੀ। ਕਿੱਥੇ 3 ਦਿਨ ਦਾ ਨੋਟਿਸ ਹੈ ਹੁਣ ਅਰੈਸਟ ਹੋ ਜਾਊਗਾ, 3 ਦਿਨਾਂ ਬਾਅਦ ਅਰੈਸਟ ਹੋ ਜਾਊਗਾ। ਐਟਲੀਸਟ ਇਨਵੈਸਟੀਗੇਸ਼ਨ ਤਾਂ ਹੋ ਜੂਗੀ, ਕਸਟੋਡੀਅਲ ਇੰਟਰੋਗੇਸ਼ਨ ਕਰਨ ਦੇ ਲਾਇਕ ਹੋਵੇ ਪੁਲਿਸ ਔਰ ਸੱਚਾਈ ਬਾਹਰ ਆ ਸਕੇ।
ਇਹਦਾ ਆਪਣਾ ਇੱਕ ਜਿਵੇਂ ਤੁਸੀਂ ਵੀ ਕਹਿੰਦੇ ਹੋ ਸਭ ਜਾਣਦੇ ਕਿ ਇਹਦਾ ਆਪਣਾ ਔਰਾ ਹੈਗਾ ਜਾਂ ਆਪਣਾ ਦਬਦਬਾ ਹੈਗਾ, ਜਿਸ ਕਰਕੇ ਅੰਦਰਲੀ ਇਨਫੋਰਮੇਸ਼ਨ ਹੁਣ ਵੀ ਸੁਮੇਧ ਸੈਣੀ ਨੂੰ ਮਿਲਦੀ ਪਈ ਹੈ। ਪਰ ਜੇ ਸੁਮੇਧ ਸੈਣੀ ਨਾ ਹੁੰਦਾ, ਜੇ ਕੋਈ ਆਮ ਬੰਦਾ ਹੁੰਦਾ ਜਿਸ ਦੇ ਖਿਲਾਫ ਇਹ ਚਾਰजेस ਹੁੰਦੇ ਤੇ ਉਹਨੂੰ ਐਂਟੀਸਪੇਟਰੀ ਬੇਲ ਨਾ ਮਿਲਦੀ, ਤਾਂ ਕਿ ਅਜਿਹੇ ਵਿੱਚ ਉਹ ਬੰਦਾ ਗ੍ਰਿਫਤਾਰ ਹੁੰਦਾ ਜਾਂ ਪੁਲਿਸ ਉਸ ਨੂੰ ਕਰਦੀ ਗ੍ਰਿਫਤਾਰ? ਪਹਿਲਾਂ ਤਾਂ ਮੈਂ ਇੱਕ ਪੁਆਇੰਟ ਤੇ ਆਬਜੈਕਟ ਕਰਾਂਗਾ, ਜਿਹੜਾ ਤੁਸੀਂ ਦਬਦਬਾ ਵਰਡ ਯੂਜ਼ ਕੀਤਾ ਹੈ। ਮੈਂ ਕਦੇ ਨਹੀਂ ਕਹਿੰਦਾ ਸੁਮੇਧ ਸੈਣੀ ਦਾ ਦਬਦਬਾ ਹੈ। ਦੇਖੋ, ਦਬਦਬਾ ਤਸ਼ੱਦਦ ਕਰਨ ਵਾਲੇ ਇਨਸਾਨ ਦਾ ਦਬਦਬਾ ਨਹੀਂ ਹੁੰਦਾ। ਦੇਖੋ, ਇੱਕ ਵਰਦੀ ਪਾਉਣ ਵਾਲਾ ਇਨਸਾਨ ਇੱਕ ਸੂरमा ਹੁੰਦਾ ਹੈ, ਇੱਕ ਸ਼ੂਰਵੀਰ ਹੁੰਦਾ ਹੈ। ਔਰ ਕਬੀਰ ਜੀ ਨੇ ਕਿਹਾ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛਾੜੇ ਖੇਤ। ਸੁਮੇਧ ਸਿੰਘ ਸੈਣੀ ਵਰਗੇ ਅਫਸਰ ਤਸ਼ੱਦਦ ਢਾਉਣ ਵਾਲੇ ਲੋਕਾਂ ਤੇ, ਇਨੋਸੈਂਟ ਲੋਕਾਂ ਨੂੰ ਮਾਰਨ ਵਾਲੇ, ਵਰਦੀ ਦੀ ਦੁਰਵਰਤੋਂ ਕਰਨ ਵਾਲੇ, ਵਰਦੀ ਤੇ ਧੱਬੇ ਨੇ, ਨਾ ਕਿ ਕੋਈ ਸੂਰਮੇ ਜਿਨ੍ਹਾਂ ਤੇ ਵਰਦੀ ਪਾਉਣ ਵਾਲਿਆਂ ਨੂੰ ਵੀ ਫਖਰ ਹੋਵੇ। ਅੱਜ ਵਰਦੀ ਪਾਉਣ ਵਾਲੇ ਸ਼ਰਮਸਾਰ ਨੇ ਸੁਮੇਧ ਸਿੰਘ ਸੈਣੀ, ਕਿਉਂਕਿ ਆਪ ਵਰਦੀ ਪਾ ਕੇ ਉਹਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ। ਅੱਜ ਸੁਮੇਧ ਸਿੰਘ ਸੈਣੀ ਵਰਗੇ ਅਫਸਰਾਂ ਕਰਕੇ ਹਰ ਪੁਲਿਸ ਵਾਲੇ ਤੇ ਸ਼ੱਕ ਹੁੰਦਾ ਹੈ ਵੀ ਉਹ ਸਾਡਾ ਰਖਵਾਲਾ ਨਹੀਂ ਹੈ, ਸ਼ਾਇਦ ਸਾਡੀ ਜਾਨ ਲੈਣ ਲਈ ਫਿਰਦਾ ਹੈ। ਸਰ ਲੇਕਿਨ ਕੁਝ ਕਾਲੀਆਂ ਭੇਡਾਂ ਹੈ ਜੋ ਕਾਲੀਆਂ ਭੇਡਾਂ ਤੇ ਆਉਂਦੇ ਆ। ਇੱਕ ਮਿੰਟ, ਮੈਂ ਜਿਹੜੀ ਗੱਲ ਦੱਸ ਰਿਹਾ ਸੁਮੇਧ ਸੈਣੀ ਦੀ, ਹੁਣ ਨਾ ਸੁਮੇਧ ਸਿੰਘ ਸੈਣੀ ਦਾ ਦਬਦਬਾ ਸੀ ਨਾ ਹੈ। ਉਹਨੇ ਜੱਜਸ ਨੂੰ ਇੰਟੀਮੀਡੇਟ ਕੀਤਾ, ਕਰਨ ਦੀ ਕੋਸ਼ਿਸ਼ ਕੀਤੀ, ਉਸ ਚੀਜ਼ ਦੇ ਵਿੱਚ ਉਹ ਦਿੱਲੀ ਟ੍ਰਾਇਲ ਭੁਗਤ ਰਿਹਾ ਹੈ। ਉਹਨੇ ਇਨੋਸੈਂਟ ਲੋਕ ਮਾਰੇ, ਇੱਕ ਡਰ ਦਾ ਮਾਹੌਲ ਕ੍ਰੀਏਟ ਕੀਤਾ ਜਿਹਦੇ ਚ ਉਹਨੇ ਜੇ ਸੈਂਕੜੋਂ ਲੋਕ ਮਾਰੇ। ਇੱਕ ਫੈਮਿਲੀ ਖੜੀ ਰਹੀ ਲੁਧਿਆਣੇ ਦੀ ਜਿਨ੍ਹਾਂ ਦਾ ਕੇਸ ਸੀਬੀਆਈ ਕੋਲ ਗਿਆ, ਔਰ ਉਹ ਅੱਜ ਉਹਦੇ ਚ ਪ੍ਰੋਸੀਕਿਊਸ਼ਨ ਫੇਸ ਕਰ ਰਿਹਾ ਹੈ ਦਿੱਲੀ। ਦੂਜਾ ਕੇਸ ਆ ਹੈ ਜਿਹਦੇ ਵਿੱਚ ਉਹਦੀ ਸ਼ੁਰੂ ਹੋਈ ਹੈ। ਇਹਨੂੰ ਮੈਂ ਦਬਦਬਾ ਨਹੀਂ ਕਵਾਂਗਾ, ਜਿੱਥੇ ਇੱਕ ਬੰਦੇ ਨੇ ਆਪਣੀ ਵਰਦੀ ਦੀ, ਆਪਣੀ ਲੀਗਲ ਅਥਾਰਟੀ ਦੀ ਅਬਿਊਜ਼ ਕੀਤੀ, ਦੁਰਵਰਤੋਂ ਕੀਤੀ। ਇੱਕ ਝੂਠਾ ਔਰਾ ਬਣਾ ਕੇ ਸੁਮੇਧ ਸੈਣੀ ਹਮੇਸ਼ਾ ਇਹ ਸ਼ੋਅ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ ਕਿ ਵੀ ਮੈਂ ਤਾਂ ਬੜਾ ਅਪਰਾਈਟ ਅਫਸਰ ਹਾਂ, ਮੈਂ ਤੇ ਬੜੇ ਕੰਮ ਚੰਗੇ ਕੀਤੇ, ਔਰ ਕਿਉਂਕਿ ਮੈਂ ਵੱਡੇ ਲੋਕਾਂ ਨੂੰ ਹੱਥ ਪਾਇਆ, ਉਹਨਾਂ ਦੀਆਂ ਗਲਤ ਚੀਜ਼ਾਂ ਐਕਸਪੋਜ਼ ਕੀਤੀਆਂ, ਸੋ ਮੇਰੇ ਅਗੇਂਸਟ ਆ ਸਾਰਾ ਕੁਝ ਕੀਤਾ ਜਾ ਰਿਹਾ, ਜੋ ਬਿਲਕੁਲ ਸੱਚਾਈ ਦੇ ਉਲਟ ਹੈ। ਸੁਮੇਧ ਸਿੰਘ ਸੈਣੀ ਅੱਜ ਉਸੇ ਜੁਡੀਸ਼ਰੀ ਕੋਲ ਆਪਣੇ ਆਪ ਨੂੰ ਇੱਕ ਵਿਕਟਿਮ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਝੂਠ ਬੋਲ ਕੇ, ਜਿਹੜੀ ਜੁਡੀਸ਼ਰੀ ਨੂੰ ਸਾਰੀ ਜ਼ਿੰਦਗੀ ਉਹ ਜਿਹੜੀ ਜੁਡੀਸ਼ਰੀ ਤੇ ਐਲੀਗੇਸ਼ਨਸ ਲਾਉਂਦਾ ਰਿਹਾ ਹੈ, ਇਲੀਗਲੀ ਜੱਜਸ ਦੇ ਫੋਨ ਟੈਪ ਕਰਦਾ ਰਿਹਾ ਹੈ, ਜੱਜਸ ਨੂੰ ਧਮਕਾਉਂਦਾ ਰਿਹਾ ਹੈ, ਪੁੱਲੇ ਵਰਗੇ ਨਿਹੰਗ ਯੂਜ਼ ਕਰਕੇ ਉਹਨਾਂ ਨੂੰ ਇੰਟੀਮੀਡੇਟ ਕਰਦਾ ਰਿਹਾ, ਔਰ ਇਹ ਸਾਰਾ ਕੁਝ ਜੁਡੀਸ਼ੀਅਲ ਰਿਕਾਰਡ ਹੈ। ਇਹ ਕੋਈ ਮਤਲਬ ਮੈਂ ਆਪਣੇ ਵੱਲੋਂ ਨਹੀਂ ਗੱਲ ਕਰ ਰਿਹਾ। ਯੂਨਾਈਟਿਡ ਨੇਸ਼ਨਸ ਦੀ ਵੀ ਇਹ ਫਾਈਂਡਿੰਗ ਦੇਣਾ ਸੁਮੇਧ ਸਿੰਘ ਸੈਣੀ ਦੇ ਖਿਲਾਫ, ਆਬਜ਼ਰਵੇਸ਼ਨ ਦੇਣਾ ਬਹੁਤ ਵੱਡੀ ਗੱਲ ਹੈ। ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਰਿਪੋਰਟ ਟੇਬਲ ਹੋਈ ਕਿ ਸੁਮੇਧ ਸਿੰਘ ਸੈਣੀ ਵਰਗੇ ਆਫੀਸਰਸ ਨੂੰ ਡੀਜੀਪੀ ਬਣਾਉਣਾ, ਹਿਊਮਨ ਰਾਈਟਸ ਵਾਇਲੇਟਰਸ ਨੂੰ ਡੀਜੀਪੀ ਬਣਾਉਣਾ ਬਹੁਤ ਗਲਤ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ। ਦਿਸ ਇਜ਼ ਐਨ ਐਮਬੈਰਸਮੈਂਟ ਫॉर द ਕੰਟਰੀ। ਇੱਕ ਡੀਜੀ ਰੈਂਕ ਦੀ ਪੋਸਟ, ਜਿਹੜਾ ਬੰਦਾ ਸੈਂਟਰ 'ਚ ਡੀਆਈਜੀ ਰੈਂਕ ਤੇ ਬੈਠਾ ਹੈ, ਉਹ ਡੀਜੀ ਬਣਦਾ ਸਟੇਟ ਦਾ, ਔਰ ਯੂਨਾਈਟਿਡ ਨੇਸ਼ਨਸ ਉਸ ਚੀਜ਼ ਨੂੰ ਹਿਊਮਨ ਰਾਈਟਸ ਵਾਇਲੇਸ਼ਨਸ ਉਹਦੀਆਂ ਮੈਂਸ਼ਨ ਕਰਦੀ ਹੈ ਔਰ ਕਹਿੰਦੀ ਹੈ ਕਿ ਇੰਡੀਆ ਦੇ ਵਿੱਚ ਇਹੋ ਜਿਹੇ ਡੀਜੀ ਰੈਂਕ ਤੱਕ ਜਾਂਦੇ ਆ। ਇਹ ਐਕਚੁਅਲੀ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ। ਇਸ ਲਈ ਸੁਮੇਧ ਸਿੰਘ ਸੈਣੀ ਦਾ ਜਿੱਥੇ ਤੱਕ ਸਵਾਲ ਹੈ, ਮੈਂ ਅੱਜ ਫਿਰ ਉਹੀ ਗੱਲ ਕਹਿਣਾ, ਤੁਹਾਡੇ ਸਾਰੇ ਦਰਸ਼ਕ ਵੀ ਜਾਣਦੇ ਨੇ ਕਿ ਸੁਮੇਧ ਸਿੰਘ ਸੈਣੀ ਦੀ ਕੀ ਸੱਚਾਈ ਹੈ। ਉਹ ਸਿਰਫ ਇੱਕ ਡਰਾਉਣ ਦੀ, ਇੱਕ ਤਸ਼ੱਦਦ ਸ਼ੋਅ ਕਰਕੇ, ਤਸ਼ੱਦਦ ਕਰਕੇ ਔਰ ਇੱਕ ਡਰ ਦਾ ਮਾਹੌਲ ਕ੍ਰੀਏਟ ਕਰਕੇ ਆਪਣੇ ਖਿਲਾਫ ਸੱਚਾਈ ਬਾਹਰ ਆਉਣ ਤੋਂ, ਇਨਵੈਸਟੀਗੇਸ਼ਨ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਹ ਵੀ ਡਿਟੇਲ ਉਹਨੂੰ ਤਾਂ ਮਿਲ ਰਹੀ ਹੈ ਕਿਉਂਕਿ ਵਿੱਚ ਕੋਈ ਨਾ ਕੋਈ ਉਹਦਾ ਅੰਡਰ ਆਬਲੀਗੇਸ਼ਨ ਹੋਣਾ, ਜਿਹਨੇ ਉਹਦੇ ਅਫਸਰ ਹੋਣਾ, ਕੋਈ ਜਿਹਨੇ ਜਾਂ ਕੋਈ ਲੋਅਰ ਰੈਂਕ ਦਾ ਆਫੀਸਰ ਹੋਣਾ ਹੈ ਜਿਹਨੇ ਉਹਦੇ ਅੰਡਰ ਕੰਮ ਕੀਤਾ ਹੈ, ਉਹਦੇ ਲਈ ਕੁਝ ਗਲਤ ਕੰਮ ਕੀਤੇ ਹੋਣੇ ਹੈ, ਉਹ ਇਨਫੋਰਮੇਸ਼ਨ ਇਹਨੂੰ ਪਾਸ ਔਨ ਕਰ ਰਿਹਾ ਹੋਣਾ ਜੀ। ਤੇ ਮੇਰਾ ਸਵਾਲ ਇਹ ਸੀ, ਜੇ ਸੁਮੇਧ ਸੈਣੀ ਨਾ ਹੁੰਦਾ, ਸੁਮੇਧ ਸੈਣੀ ਦੀ ਜਗ੍ਹਾ ਕੋਈ ਹੋਰ ਬੰਦਾ ਹੁੰਦਾ ਜਿਸ ਦੇ ਖਿਲਾਫ ਇਹ ਸੈਕਸ਼ਨਸ ਲੱਗੇ ਹੁੰਦੇ ਜਾਂ ਜਿਸ ਦੀ ਐਂਟੀਸਪੇਟਰੀ ਬੇਲ ਰਿਜੈਕਟ ਹੋਈ ਹੁੰਦੀ, ਤਾਂ ਕੀ ਪੁਲਿਸ ਉਸ ਨੂੰ ਅਰੈਸਟ ਕਰਦੀ? ਜੇ ਸੁਮੇਧ ਸੈਣੀ ਨਾ ਹੁੰਦਾ, ਕੋਈ ਆ ਨਾਰਮਲ ਬੰਦਾ ਹੁੰਦਾ, ਮਤਲਬ ਜੇ ਨਾਰਮਲ ਬੰਦਾ ਹੁੰਦਾ ਤੇ ਪੁਲਿਸ ਉਹਨੂੰ ਪਹਿਲੇ ਦਿਨ ਹੀ ਅਰੈਸਟ ਕਰ ਲੈਂਦੀ। ਇੱਥੇ ਤਾਂ ਸੁਮੇਧ ਸਿੰਘ ਸੈਣੀ, ਤੁਸੀਂ ਤਾਂ ਕਹਿ ਰਹੇ ਹੋ ਸੁਮੇਧ ਸਿੰਘ ਸੈਣੀ ਦਾ ਦਬਦਬਾ, ਇੰਨਾ ਡਰਪੋਕ ਅਫਸਰ ਹੈ, ਇਹ ਤਾਂ ਡਰ ਕੇ ਭੱਜਿਆ। ਹਿਮਾਚਲ ਇਹਨੂੰ ਵੜਨ ਨਹੀਂ ਦਿੱਤਾ, ਅਖਬਾਰਾਂ 'ਚ ਵੀ ਆਇਆ, ਐਸਪੀ ਦੀ ਵੀ ਸਟੇਟਮੈਂਟ ਆਈ। ਜੇ ਸੁਮੇਧ ਸਿੰਘ ਸੈਣੀ ਇੰਨਾ ਦਲੇਰ ਹੈ, ਸਿਕਿਉਰਿਟੀ Z+ ਰੱਖ ਕੇ ਉਸ ਤੋਂ ਬਾਹਰ ਨਹੀਂ ਨਿਕਲਦਾ ਕੱਲਾ, ਤੇ ਬਿਨਾਂ ਸਿਕਿਉਰਿਟੀ ਕਿਉਂ ਭੱਜਿਆ ਉਸ ਦਿਨ? ਮੈਨੂੰ ਇਹ ਦੱਸੋ। ਲੈਟ ਸੁਮੇਧ ਸੈਣੀ ਕਮ ਔਨ ਰਿਕਾਰਡ ਐਂਡ ਸੇ ਕਿ ਮੈਂ ਉਸ ਡੇਟ ਨੂੰ ਕਰਫਿਊ ਦੇ ਟਾਈਮ 'ਚ ਬਾਹਰ ਨਹੀਂ ਗਿਆ। ਔਰ ਅੱਜ ਤੱਕ ਤੁਸੀਂ ਦੇਖੋ, ਇਹ ਕਹਿੰਦਾ ਜੀ ਪੰਜਾਬ ਸਰਕਾਰ ਦਾ ਇਨਫਲੂਐਂਸ ਹੈ। ਜੇ ਪੰਜਾਬ ਸਰਕਾਰ ਦਾ ਇਨਫਲੂਐਂਸ ਹੁੰਦਾ ਤੇ ਅਜੇ ਤੱਕ ਤਾਂ 188 ਦੇ ਸੈਕਸ਼ਨ ਦੇ ਅੰਡਰ ਇਹਦੇ ਤੇ ਪਰਚਾ ਹੀ ਨਹੀਂ ਦਿੱਤਾ ਕਰਫਿਊ ਦੇ ਦੌਰਾਨ ਬਾਹਰ ਨਿਕਲਣ ਦਾ। ਸੋ ਇਹੋ ਜਿਹੇ ਆਫੀਸਰਸ ਨੂੰ ਤੁਸੀਂ ਨਾ ਤਾਂ ਕਹਿ ਸਕਦੇ ਹੋ ਇਹਨਾਂ ਦਾ ਕੋਈ ਦਬਦਬਾ ਹੈ, ਨਾ ਇਹ ਦਲੇਰ ਹੈ। ਇਹ ਡਰਪੋਕ ਹੈ, ਵਰਦੀ ਦੀ ਦੁਰਵਰਤੋਂ ਕਰਕੇ ਸਰਵਾਈਵ ਕੀਤੇ।
ਲੜਕੇ ਇਹਨਾਂ ਦਾ ਅਸੀਂ ਚਿੱਠਾ ਸਾਹਮਣੇ ਲਿਆ ਰਹੇ ਹਾਂ ਔਰ ਲਿਆਵਾਂਗੇ, ਇਹਨੂੰ ਇਹਦੇ ਪਾਪਾਂ ਦੀ ਸਜ਼ਾ ਵੀ ਦਿਵਾਵਾਂਗੇ। ਇਹ ਤੁਹਾਡੇ ਦਰਸ਼ਕਾਂ ਦੀਆਂ ਅਰਦਾਸਾਂ ਨੇ ਜਿਨ੍ਹਾਂ ਦੇ ਰਿਜ਼ਲਟ ਆਏ ਆ ਅੱਜ। तो बस ये भी ਜੀ समझ लेंगे ना कि अभी आम बंदा कोई हिमाचल बंदा कोई नॉर्मल इंसान जे ਹੁੰਦਾ ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਪੁਲਿਸ ਨੇ ਪਹਿਲੇ ਦਿਨ ਹੀ ਫੜ ਲੈਣਾ ਸੀ, ਪਰ ਸੁਮੀਤ ਸੈਣੀ ਨੂੰ ਨਹੀਂ ਫੜਿਆ ਜਾ ਰਿਹਾ। ਹੋ ਸਕਦਾ ਹੈ ਵੀ ਜਿਹੜੇ ਅਫਸਰ ਨੇ ਵਿੱਚ ਉਹ ਵੀ ਕਿਤੇ ਨਾ ਕਿਤੇ ਕੁਝ ਵਿੱਚ ਅਫਸਰ ਜਿਹੜੇ ਕਾਲੀਆਂ ਭੇਡਾਂ ਜਿਵੇਂ ਮੈਂ ਕਹਿ ਰਿਹਾ ਬਾਰ-ਬਾਰ ਕੁਝ ਟਾਣੇ ਹੋਣੇ ਨਹੀਂ, ਹੋ ਸਕਦਾ ਹੈ ਸੁਮੀਤ ਸੈਣੀ ਕੋਲ ਉਹਨਾਂ ਦੀਆਂ ਵੀ ਕੋਈ ਗੱਲਾਂ ਪਈਆਂ ਹੋਣ, ਕੋਈ ਗੁੱਝੇ ਰਾਜ ਪਏ ਹੋਣ ਜਿਸ ਕਰਕੇ ਕਿ ਉਹ ਹੁਣ ਸਾਥ ਦੇਣ ਨੂੰ ਮਜਬੂਰ ਨੇ। ਦੇਖੋ, ਜਿੱਥੇ ਤੱਕ ਤਾਂ ਐਸਆਈਟੀ ਦਾ ਸਵਾਲ ਹੈ, ਸਾਡੇ ਕੋਲ ਕੋਈ ਵੀ ਇਹੋ ਜਿਹਾ ਰੀਜ਼ਨ ਨਹੀਂ ਹੈ ਕਿ ਅਸੀਂ ਐਸਆਈਟੀ ਤੇ ਡਾਊਟ ਕਰੀਏ। ਜੇ ਸੁਮੇਧ ਸਿੰਘ ਸੈਣੀ ਨੂੰ ਅਰੈਸਟ ਹੋਣ ਦਾ ਡਰ ਸੀ ਤਾਂ ਹੀ ਭੱਜਿਆ, ਹੋ ਸਕਦਾ ਐਸਆਈਟੀ ਉਹਨੂੰ ਅਰੈਸਟ ਕਰਨ ਦੀ ਪਲਾਨ ਕਰ ਰਹੀ ਹੋਵੇ, ਅੰਦਰੋਂ ਕਿਸੇ ਨੇ ਇਨਫੋਰਮੇਸ਼ਨ ਦੇਤੀ ਤੇ ਸੁਮੇਧ ਸਿੰਘ ਸੈਣੀ ਭੱਜਿਆ, ਇਹਦਾ ਮਤਲਬ ਹੋ ਸਕਦਾ ਉਹਨੂੰ ਅਰੈਸਟ ਕਰਨ ਦੀ ਪਲਾਨ ਹੋਵੇ। ਦੂਜੀ ਗੱਲ, ਸਟੇਟ ਨੇ ਕੇਸ ਕੰਟੈਸਟ ਕੀਤਾ ਹੈ, ਅਸੀਂ ਆਪਣੇ ਵੱਲੋਂ ਕੰਪਲੇਨੈਂਟ ਸਾਈਡ ਤੋਂ ਸਟੇਟ ਕੇਸ ਕੰਟੈਸਟ ਕੀਤਾ ਹੈ, ਸਟੇਟ ਨੇ ਐਫਆਈਆਰ ਵੀ ਰਜਿਸਟਰ ਕੀਤੀ ਹੈ, ਪੁਲਿਸ ਨੇ ਇੱਕ ਵਾਰੀ ਐਫਆਈਆਰ ਰਜਿਸਟਰ ਕਰਤੀ, ਸਾਡੇ ਲਈ ਤਾਂ ਇਹ ਬਹੁਤ ਵੱਡੀ ਗੱਲ ਸੀ। ਉਸ ਤੋਂ ਬਾਅਦ ਅਪੋਜ਼ ਵੀ ਕੀਤਾ ਹੈ। ਜਦੋਂ ਅਸੀਂ ਟ੍ਰਾਂਸਫਰ ਐਪਲੀਕੇਸ਼ਨ ਲਾਈ ਹੈ, ਉਹਨੂੰ ਜਿਹੜੇ ਡਿਸਟ੍ਰਿਕਟ ਅਟਾਰਨੀ ਨੇ ਉਹਨਾਂ ਨੇ ਸਾਈਨ ਵੀ ਕੀਤਾ ਹੈ ਬਕਾਇਦਾ। ਸੋ ਸਾਡੇ ਔਰ ਫਾਰਵਰਡ ਕੀਤੀ ਹੈ, ਮਤਲਬ ਸਾਈਨ ਕਰਕੇ ਫਾਰਵਰਡ ਕੀਤੀ ਹੈ। तो किसी भी स्टेज पे स्टेट ने एक बायस्ड अप्रोच नहीं शो की, एक फेयर अप्रोच की है, इंक्लूडिंग पुलिस जी SIT है। तो जे मैं आउटराइटली कुछ SIT के खिलाफ बोला, एक तो प्री मैच्योर होगा, दूजा ये स्टेज ते गलत भी होगा। हो सकता है SIT ਦੇ ਨਾਲ ਜਿਹੜੇ ਦੇਖੋ ਕੋਈ ਕਾਂਸਟੇਬਲ ਵੀ ਟੀਮ ਦੇ ਵਿੱਚ ਹੋਣਗੇ, ਕੋਈ ਹੈਡ ਕਾਂਸਟੇਬਲ ਹੋਣਗੇ, ਕੋਈ ASIs ਵੀ ਟੀਮ ਦੇ ਵਿੱਚ ਹੋਣਗੇ, ਕਿਹੜਾ ਬੰਦਾ ਕਿੱਥੋਂ ਕਿਹੜੀ ਇਨਫੋਰਮੇਸ਼ਨ ਕੱਢ ਕੇ ਦੇ ਰਿਹਾ ਹੈ ਰੱਬ ਜਾਣਦਾ ਹੈ। ਹੋ ਸਕਦਾ ਕੋਈ ਇੱਕ ਜਣਾ ਹੀ ਹੋਵੇ ਜਿਹੜਾ ਕੱਢ ਰਿਹਾ ਹੋਵੇ, ਹੋ ਸਕਦਾ ਇਹਨਾਂ ਦੇ ਨਾਲ ਲੱਗਿਆ ਕੋਈ ਵੀ ਨਾ ਹੋਵੇ, ਕੋਈ ਬਾਹਰੋਂ ਆ ਕੇ ਗੱਲਬਾਤ ਕਰਕੇ ਇਨਫੋਰਮੇਸ਼ਨ ਕੱਢ ਰਿਹਾ ਹੋਵੇ। तो इस करके SIT ਤੇ ਜਾਂ ਪ੍ਰੋਸੀਕਿਊਸ਼ਨ ਤੇ ਮੈਂ ਉਂਗਲ ਨਹੀਂ ਬਿਲਕੁਲ ਚੁੱਕਾਂਗਾ। ਐਜ਼ ਆਫ ਨਾਓ ਉਹ ਬਹੁਤ ਫੇਅਰ ਚੱਲ ਰਹੀ ਹੈ। ਅਗਲਾ ਮੇਰੇ ਕੋਲ ਕੋਈ ਡਿਟੇਲ ਨਹੀਂ ਹੈ ਇਨਵੈਸਟੀਗੇਸ਼ਨ ਦੀ, ਪਰ ਸੁਮੇਧ ਸਿੰਘ ਸੈਣੀ ਨੂੰ ਡੈਫੀਨਿਟਲੀ ਮਿਲ ਰਹੀ ਹੈ। ਉਹ ਬੰਦਾ ਲੱਭਣਾ ਪੈਣਾ, ਉਹ ਕਾਲੀ ਭੇਡ ਜਿਹੜੀ ਹੈ ਜਾਂ ਭੇਡਾਂ ਉਹ ਲੱਭਾਂਗੇ, ਸੱਚਾਈ ਸਾਹਮਣੇ ਆ ਜੂ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਵੀ ਪਤਾ ਲੱਗ ਰਿਹਾ ਹੋਣਾ ਕਿ ਸਾਡੀਆਂ ਗੱਲਾਂ ਸਾਰੀਆਂ ਬਾਹਰ ਕਿਵੇਂ ਜਾ ਰਹੀਆਂ ਨੇ, ਆਪਣੇ ਪਿੰਡ ਦੇ ਕਿਵੇਂ ਪਹੁੰਚ ਰਹੀਆਂ ਨੇ, ਤੇ ਉਹ ਵੀ ਹੋ ਸਕਦਾ ਕੋਸ਼ਿਸ਼ ਕਰਨ ਕਿ ਅਸੀਂ ਲੱਭੀਏ ਤਾਂ ਕੌਣ। ਹੁਣ ਤੱਕ ਤਾਂ ਲੱਭ ਨਹੀਂ ਸਕੇ, ਲੱਭ ਲੈਣ ਸਾਨੂੰ ਵੀ ਫਾਇਦਾ, ਬਾਕੀਆਂ ਨੂੰ ਵੀ ਫਾਇਦਾ, ਕਿਉਂਕਿ ਆਫਟਰ ਆਲ ਵੇਖੋ ਮੈਂ ਇੱਕ ਗੱਲ ਇੱਥੇ ਜ਼ਰੂਰ ਕਵਾਂਗਾ, ਦੇਖੋ ਜੇ ਇਹ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਅਰੈਸਟ ਕਰ ਲੈਂਦੇ ਹੈ ਔਰ ਇੱਕ 29 ਸਾਲ ਪੁਰਾਣੇ ਕੇਸ ਦੇ ਵਿੱਚ, ਤਸ਼ੱਦਦ ਵਾਲੇ ਇਹੋ ਜਿਹੇ ਕੇਸ ਦੇ ਵਿੱਚ ਫੈਮਿਲੀ ਨੂੰ ਇਨਸਾਫ ਮਿਲ ਜਾਂਦਾ ਹੈ, ਸੁਮੇਧ ਸਿੰਘ ਸੈਣੀ ਪ੍ਰੋਸੀਕਿਊਸ਼ਨ ਫੇਸ ਕਰਦਾ ਹੈ, ਮੇਰੇ ਖਿਆਲ ਨਾਲ ਸ਼ਾਇਦ ਹੀ ਕੋਈ ਬੰਦਾ ਹੋਊਗਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਦੁਬਾਰਾ ਫੇਥ ਰਿਪੋਜ਼ ਨਹੀਂ ਕਰੂਗਾ। ਪੰਜਾਬ ਪੁਲਿਸ ਆਪਣੀ ਇੱਜ਼ਤ ਰਿਸਟੋਰ ਕਰਵਾਊਗੀ ਇਸ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਦਾ ਸਾਰਾ ਚਿੱਠਾ ਐਕਸਪੋਜ਼ ਕਰਕੇ ਪਬਲਿਕ ਦੇ ਸਾਹਮਣੇ। ਜਿਹੜੇ ਬੰਦੇ ਨੇ ਕਿਸ ਤਰ੍ਹਾਂ ਆਪਣੀ ਯੂਨੀਫਾਰਮ ਦੀ ਦੁਰਵਰਤੋਂ ਕੀਤੀ ਹੈ, ਅਬਿਊਜ਼ ਆਫ ਪੋਜੀਸ਼ਨ ਕਰਕੇ ਇਸ ਹੱਦ ਤੱਕ ਚੀਜ਼ਾਂ ਲੈ ਕੇ ਗਿਆ ਹੈ, ਉਸ ਚੀਜ਼ ਨੂੰ ਐਕਸਪੋਜ਼ ਕਰਨਾ, ਲੋਕਾਂ ਦੀਆਂ ਸਟੇਟਮੈਂਟਸ, ਲੋਕਾਂ ਨੂੰ ਇਨਸਾਫ ਦਿਵਾਉਣਾ ਇਸ ਕੇਸ, ਕਿਉਂਕਿ ਇੱਕ ਇਕੱਲੀ ਮੁਲਤਾਨੀ ਫੈਮਿਲੀ ਨਹੀਂ ਹੈ, ਭੁੱਲਰ ਫੈਮਿਲੀ ਵੀ ਹੈ, ਹੋਰ ਵੀ ਲੋਕ ਅੱਗੇ ਆਉਣਗੇ। ਉਹ ਸਾਰਿਆਂ ਦੀਆਂ ਜੋ ਚੀਜ਼ਾਂ ਨੇ ਉਹ ਮਤਲਬ ਅੱਜ ਇਹ ਕੇਸ ਸ਼ਾਇਦ ਮੀਡੀਆ ਦੀ ਸਕਰੂਟਨੀ 'ਚ ਦੁਨੀਆ 'ਚ ਕਿਤੇ ਵੀ ਕੋਈ ਪੰਜਾਬੀ ਹੋਵੇ ਉਸ ਕੇਸ ਤੇ ਨਜ਼ਰ ਰੱਖੀ ਬੈਠਾ ਹੈ, ਔਰ ਇਹ ਪੰਜਾਬ ਪੁਲਿਸ ਦੀ ਅੱਜ ਇੱਜ਼ਤ ਰਿਸਟੋਰ ਕਰਵਾ ਦੂਗਾ ਕੇਸ। ਲੋਕਾਂ ਦਾ ਫੇਥ ਇਸ ਪੁਲਿਸ ਦੇ ਵਿੱਚ ਦੁਬਾਰਾ ਰਿਸਟੋਰ ਹੋਊਗਾ, ਖਾਕੀ ਦੀ ਇੱਜ਼ਤ ਵਾਪਸ ਆ ਜਾਊਗੀ। ਹੁਣ ਅੱਗੇ ਰਾਤ ਕੀ ਸੋਚਣ ਕਿ ਉਹ ਹਾਈ ਕੋਰਟ ਅੱਗੇ ਅਪੀਲ ਕਰ ਸਕਦੇ ਨੇ ਜਾਂ ਗ੍ਰਿਫਤਾਰੀ ਇਸ ਆਰਡਰ ਦੇ ਅਗੇਂਸਟ ਤਾਂ ਨਹੀਂ ਜਾ ਸਕਦੇ, ਕਿਉਂਕਿ ਜਦੋਂ ਇਹ ਆਰਡਰ ਦੇ ਵਿੱਚ ਲਿਖਤਾ ਕਿ ਪ੍ਰੀ ਮੈਚੁਰ ਹੈ, ਇਹਦਾ ਮਤਲਬ ਅਜੇ ਕੇਸ ਦੀ ਉਹ ਸਟੇਜ ਨਹੀਂ ਹੈ ਕਿ 302 ਦੇ ਵਿੱਚ ਹੋ ਜਾਵੇ। ਸੋ ਅਪੀਲ ਉਸ ਗਰਾਊਂਡ ਤੇ ਤਾਂ ਕਰ ਨਹੀਂ ਸਕਦਾ। ਬਲੈਂਕੇਟ ਬੇਲ ਵਾਸਤੇ ਉਹਨੂੰ ਇੰਟਰੀਮ ਪ੍ਰੋਟੈਕਸ਼ਨ ਮਿਲ ਰੱਖੀ ਹੈ ਆਲਰੇਡੀ ਕੋਰਟ 'ਚ। तो मेरे ख्याल नाल तक कोई फ्रेश पिटीशन किसी अड ग्राउंड ते पावे तां पावे, अदरवाइज सुमेध सैनी कोल एज ऑफ नाउ कोई ग्राउंड नहीं है ऑनरेबल हाई कोर्ट जाने दी। बाकी वी आर प्रिपेयर्ड, आजे जिथे भी लड़ना है असीं तां कोर्ट दे विच लड़ना है, साडा उही मैदाने जंग है, असीं उत्थे लड़ांगे, रब मेहर करन असीं जितांगे भी जरूर, और सुमेध सैनी नूं उहदे पापां दी सज़ा भी दिवावांगे। अगला प्रोसीजर की है? देखो हुण अजे तो तफ्तीश चलूगी, तफ्तीश दे विच होर मतलब जिवें 4 होर रिटायर्ड इंस्पैक्टर सी पुलिस वाले सी, शायद इंस्पैक्टर रैंक तो ही चंडीगढ़ पुलिस से वो रिटायर होए, उन्होंने भी एंटीसिपेटरी बेल ले ली सी, हुण वो भी एप्लीकेशन लाउणगे,
ਹੁਣ ਇਸ ਆਰਡਰ ਤੋਂ ਬਾਅਦ 2 ਦੀ ਤਾਂ ਲੱਗੀ ਹੋਈ ਹੈ, ਦੂਜੇ 2 ਹੁਣ ਸ਼ਾਇਦ ਨਾ ਲਾਉਣ ਕੇ ਸੇਮ ਆਰਡਰ ਉਹਨਾਂ ਤੇ ਅਪਲਾਈ ਕਰ ਜੂਗਾ, ਜਾਂ ਉਹ 3 ਦਿਨ ਦਾ ਐਡਵਾਂਸ ਨੋਟਿਸ ਮੰਗਣ ਦੀ ਕੋਸ਼ਿਸ਼ ਕਰਨਗੇ। ਉਸ ਤੋਂ ਇਲਾਵਾ ਤਫਤੀਸ਼ ਦੇ ਵਿੱਚ ਹੋਰ ਕੀ ਐਵੀਡੈਂਸ ਸਾਹਮਣੇ ਆਉਂਦੀ ਹੈ, ਕਿਹੜੇ ਗਵਾਹ ਅੱਗੇ ਆਉਂਦੇ ਹੈ, ਕੀ ਸੱਚਾਈ ਆਉਂਦੀ ਹੈ, ਉਹਨਾਂ ਚੀਜ਼ਾਂ ਤੇ ਹੁਣ ਸਾਰਾ ਕੇਸ ਡਿਪੈਂਡ ਕਰੂਗਾ। ਉਸ ਤੋਂ ਬਾਅਦ ਜਦੋਂ ਫਾਈਨਲੀ ਚਲਾਨ ਦੀ ਸਟੇਜ ਆਊਗੀ, ਸਾਨੂੰ ਉਦੋਂ ਪਤਾ ਲੱਗੂਗਾ, ਜਾਂ ਕਿਸੇ ਦੀ ਬੇਲ ਐਪਲੀਕੇਸ਼ਨ ਐਂਟੀਸਿਪੇਟਰੀ ਬੇਲ ਦੀ ਆਉਂਦੀ ਹੈ, ਉਸ ਵੇਲੇ ਪਤਾ ਲੱਗੂਗਾ ਕਿ ਕੀ ਤਫਤੀਸ਼ ਦੇ ਵਿੱਚ ਆਇਆ ਹੈ, ਜਾਂ ਫਿਰ ਲਾਸਟ ਜੇ 3 ਦਿਨ ਦਾ ਐਡਵਾਂਸ ਨੋਟਿਸ ਦਿੰਦੇ ਔਰ ਅਰੈਸਟ ਕਰਨ ਦੀ ਪਲਾਨ ਕਰਦੇ ਹੈ, ਉਦੋਂ ਫਿਰ ਮੈਂ ਤੁਹਾਡੇ ਸਾਹਮਣੇ ਬੈਠ ਕੇ ਖੁਸ਼ੀ ਨਾਲ ਕਹਿ ਰਿਹਾ ਹੋਊਗਾ ਕਿ ਜੀ ਲੋ ਅੱਜ SIT ਨੇ ਕੋਰਟ ਦੇ ਵਿੱਚ ਦੱਸਿਆ ਕਿ ਸਾਡੇ ਕੋਲ ਆ ਐਵੀਡੈਂਸ ਦੇ ਖਿਲਾਫ ਆਈ ਹੈ, ਅਸੀਂ 302 ਲਾਤੀ, ਫਿਰ ਉਦੋਂ ਪਤਾ ਲੱਗੂਗਾ। ਅਦਰਵਾਈਜ਼ ਸਾਨੂੰ ਡਿਟੇਲ ਆਈ ਨਹੀਂ ਮਿਲ ਸਕਦੀ, ਕਿਸੇ ਨੂੰ ਵੀ ਪਬਲਿਕ ਨੂੰ ਵਿੱਚ ਕਿਸੇ ਨੂੰ ਨਹੀਂ ਮਿਲ ਸਕਦੀ। ਸੁਮੇਧ ਸੈਣੀ ਆਪਣੇ ਇਲੀਗਲ ਤਰੀਕਿਆਂ ਨਾਲ ਇਨਫੋਰਮੇਸ਼ਨ ਲੈ ਰਿਹਾ, ਠੀਕ ਹੈ, ਲੈ ਲਵੇ, ਕੋਈ ਨਹੀਂ ਜੀ। ਚੰਗੀ ਅਪਡੇਟ ਆਏਗੀ। ठीक है, थैंक यू।